ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਏ ਮਨਦੀਪ ਕੌਰ ਦੇ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਭਾਈ ਮੰਝ ਗੁਰੂ ਕਾ ਬੋਹਿਥਾ ਦੀ ਸਾਖੀ। ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਗੁਰੂ ਜੀ ਦੇ ਬਚਨ ਯਾਦ ਕਰਕੇ ਸਾਡੀ ਸੇਵਾ ਇਹਨਾਂ ਤੀਰਥਾਂ ਦੀ ਸੇਵਾ ਕਰਾਉਣੀ ਹੈ। ਸੰਤੋਖਸਰ ਤੀਰਥ ਦੀ ਸੇਵਾ ਆਰੰਭ ਕਰਨ ਦਾ ਵਿਚਾਰ ਬਣਾਇਆ। ਕੁਛ ਸਮਾਂ ਪਹਿਲਾਂ ਜੋ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹਨੂੰ ਪਟਵਾਇਆ ਸੀ, ਉਸ ਵਿੱਚ ਬਹੁਤ ਪਾਣੀ ਇਕੱਠਾ ਹੋਇਆ ਸੀ। ਚਾਰ ਚੁਫੇਰੇ ਬੇਰੀਆਂ ਅਤੇ ਹੋਰ ਬਹੁਤ ਬ੍ਰਿਛ ਸਨ। ਇੱਕ ਦਿਨ ਸਤਿਗੁਰੂ ਜੀ ਨੇ ਉਸ ਟਾਹਲੀ ਦੇ ਬ੍ਰਿਛ ਹੇਠਾਂ ਆਣ ਕੇ, ਜਿਸ ਹੇਠਾਂ ਬੈਠ ਕੇ ਸ਼੍ਰੀ ਗੁਰੂ ਰਾਮਦਾਸ ਜੀ ਨੇ 20 ਕੁ ਵਰ੍ਹੇ ਪਹਿਲਾਂ ਇਸ ਟੋਏ ਨੂੰ ਪਟਵਾਇਆ ਸੀ, ਬਹੁਤ ਸਾਰੇ ਮਜ਼ਦੂਰ ਲਗਾ ਕੇ ਉਸਨੂੰ ਪਟਾਉਣਾ ਆਰੰਭ ਕਰ ਦਿੱਤਾ। ਮਜ਼ਦੂਰਾਂ ਦੇ ਨਾਲ ਸਿੱਖ ਸੇਵਕ ਦੀ ਸਰੋਵਰ ਪੁੱਟਣ ਦੀ ਕਾਰ ਵਿੱਚ ਲੱਗ ਗਏ। ਮਾਈ ਭਾਈ ਪ੍ਰੇਮ ਤੇ ਉਤਸ਼ਾਹ ਨਾਲ ਕੋਈ ਮਿੱਟੀ ਪੁੱਟਦਾ, ਕੋਈ ਟੋਕਰੀਆਂ ਭਰਦਾ ਤੇ ਕੋਈ ਟੋਕਰੀਆਂ ਸਿਰ ਤੇ ਚੁੱਕ ਕੇ ਬਾਹਰ ਸੁੱਟਣ ਵਾਸਤੇ ਲੈ ਜਾਂਦਾ। ਇਸ ਤਰ੍ਹਾਂ ਹੀ ਸਵੇਰ ਤੋਂ ਸ਼ਾਮ ਤੱਕ ਕਾਰ ਹੁੰਦੀ ਰਹਿੰਦੀ ਅਤੇ ਸੰਧਿਆ ਨੂੰ ਗੁਰੂ ਕੇ ਲੰਗਰ ਵਿੱਚੋਂ ਭੋਜਨ ਛਕ ਕੇ ਰਾਤ ਨੂੰ ਆਰਾਮ ਕਰਕੇ ਸਵੇਰੇ ਫੇਰ ਕਾਰ ਉੱਤੇ ਲੱਗ ਜਾਂਦੇ। ਇਸ ਤਰ੍ਹਾਂ ਜਦ ਕੁਛ ਮਹੀਨਿਆਂ ਵਿੱਚ ਟੋਆ ਡੂੰਘਾ ਹੋ ਗਿਆ ਤਾਂ ਹੇਠ ਇੱਕ ਗੋਲਾਕਾਰ ਮੱਠ ਨਿਕਲਿਆ, ਜਿਸ ਨੂੰ ਵੇਖ ਕੇ ਸਿੱਖਾਂ ਨੇ ਗੁਰੂ ਜੀ ਨੂੰ ਆਣ ਕੇ ਦੱਸਿਆ। ਤਦ ਗੁਰੂ ਜੀ ਨੇ ਉਸ ਮੱਠ ਦੇ ਪਾਸ ਖੜੇ ਹੋ ਕੇ ਜਦ ਚੌਹਾਂ ਪਾਸਿਆਂ ਤੋਂ ਨੰਗਾ ਕਰਕੇ ਵੇਖਿਆ ਤਾਂ ਉਸ ਦੇ ਅੰਦਰ ਇੱਕ ਜੋਗੀ ਸਮਾਧੀ ਲਾ ਕੇ ਬੈਠਾ ਹੋਇਆ ਸੀ। ਗੁਰੂ ਜੀ ਨੇ ਉਸੇ ਵੇਲੇ ਹੀ ਕਸਤੂਰੀ ਕੇਸਰ ਮੱਖਣ ਵਿੱਚ ਮਿਲਾ ਕੇ ਉਸ ਦੇ ਪੈਰ ਅਤੇ ਦਸਮ ਦੁਆਰ ਨੂੰ ਚਸਵਾਇਆ, ਜਿਸ ਨਾਲ ਉਸ ਦੇ ਸਰੀਰ ਵਿੱਚ ਗਰਮੀ ਆ ਗਈ। ਉਸ ਨੇ ਆਪਣੇ ਸਾਹਮਣੇ ਬਾਬਾ ਬੁੱਢਾ ਜੀ ਆਦਿ ਅਤੇ ਗੁਰੂ ਜੀ ਨੂੰ ਵੇਖ ਕੇ ਪੁੱਛਿਆ, ਹੁਣ ਕਿਹੜਾ ਯੁੱਗ ਹੈ? ਆਪ ਕੌਣ ਹੋ? ਭਾਈ ਬੁੱਢਾ ਜੀ ਨੇ ਕਿਹਾ, ਇਹ ਸਮਾਂ ਕਲਯੁੱਗ ਦਾ ਹੈ। ਗੁਰੂ ਜੀ ਵੱਲ ਇਸ਼ਾਰਾ ਕਰਕੇ ਕਿਹਾ, ਆਪ ਕਲਯੁੱਗ ਦੇ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਪੰਜਵਾਂ ਸਰੂਪ ਸ਼੍ਰੀ ਗੁਰੂ ਅਰਜਨ ਦੇਵ ਜੀ ਹਨ। ਇਹ ਗੱਲ ਦੱਸ ਕੇ ਬਾਬਾ ਬੁੱਢਾ ਜੀ ਨੇ ਆਖਿਆ, ਤੁਸੀਂ ਆਪਣਾ ਹਾਲ ਵੀ ਦੱਸੋ, ਤੁਸੀਂ ਇੱਥੇ ਕਿਸ ਸਮੇਂ ਤੋਂ ਬੈਠੇ ਹੋਏ ਹੋ? ਜੋਗੀ ਨੇ ਕਿਹਾ, ਮੈਂ ਇੱਥੇ ਦੁਆਪਰ ਯੁੱਗ 'ਚ ਧਰਤੀ ਉੱਪਰ ਮੱਠ ਬਣਾ ਕੇ ਯੋਗ ਅਭਿਆਸ ਵਿੱਚ ਬੈਠਾ ਸੀ। ਇਸ ਸਮੇਂ ਵਿੱਚ ਧਰਤੀ ਇੰਨੀ ਉੱਚੀ ਹੋ ਗਈ ਕਿ ਮੇਰਾ ਮੱਠ ਇਸ ਦੇ ਬਹੁਤ ਹੇਠਾਂ ਦੱਬਿਆ ਗਿਆ ਹੈ। ਕਈ ਸੈਂਕੜੇ ਵਰ੍ਹਿਆਂ ਪਿੱਛੋਂ ਅੱਜ ਮੈਨੂੰ ਤੁਹਾਡੇ ਦਰਸ਼ਨ ਹੋਏ ਹਨ। ਇਹ ਵਚਨ ਕਰਕੇ ਜੋਗੀ ਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਆਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਵਿਰਾਜਮਾਨ ਹੋ, ਮੇਰੇ ਕੁਛ ਸੰਸ਼ੇ ਨਿਵਰਤ ਕਰਕੇ ਮੈਨੂੰ ਸ਼ਾਂਤੀ ਬਖਸ਼ੋ। ਨੰਬਰ 1, ਜੇ ਇਹ ਜਗਤ ਝੂਠਾ ਹੈ ਤਾਂ ਫਿਰ ਸਭ ਕਿਸੇ ਨੂੰ ਸੱਚਾ ਕਿਉਂ ਭਾਸਦਾ ਹੈ? ਨੰਬਰ 2, ਜੇਕਰ ਇਹ ਜਗਤ ਸੱਚਾ ਹੈ ਤਾਂ ਫਿਰ ਗਿਆਨਵਾਨ ਇਸ ਨੂੰ ਝੂਠਾ ਕਿਉਂ ਜਾਣਦਾ ਹੈ? ਨੰਬਰ 3, ਜੇ ਆਤਮਾ ਇੱਕ ਸਰੂਪ ਹੈ ਤਾਂ ਫਿਰ ਇਹ ਬਹੁਤੇ ਸਰੂਪਾਂ ਵਿੱਚ ਕਿਸ ਤਰ੍ਹਾਂ ਹੈ? ਨੰਬਰ 4, ਜਦ ਜੀਵ ਜੰਗਮ ਸਾਰੇ ਚੱਲਣ ਵਾਲੇ ਹਨ ਤਾਂ ਫਿਰ ਇਹ ਆਤਮਾ ਇੱਕ ਸਮਾਨ ਅਚਲ ਕਿਸ ਤਰ੍ਹਾਂ ਰਹਿੰਦਾ ਹੈ? ਨੰਬਰ 5, ਇਹ ਆਤਮਾ ਆਪੇ ਹੀ ਜਗਤ ਰੂਪ ਬਣ ਕੇ ਫਿਰ ਸਭ ਤੋਂ ਨਿਰਲੇਪ ਕਿਸ ਤਰ੍ਹਾਂ ਰਹਿੰਦਾ ਹੈ? ਨੰਬਰ 6, ਇਸ ਬ੍ਰਹਮ ਆਤਮਾ ਦਾ ਸਰੂਪ ਕੀ ਸਮਝਣਾ ਚਾਹੀਦਾ? ਉਸ ਐਸੇ ਬ੍ਰਹਮ ਦੇ ਸਰੂਪ ਦਾ ਮੇਰੇ ਹਿਰਦੇ ਵਿੱਚ ਪ੍ਰਕਾਸ਼ ਕਰਕੇ ਮੈਨੂੰ ਕਿਰਤਾਰਥ ਕਰੋ। ਤਾਂ ਗੁਰੂ ਜੀ ਨੇ ਕਿਹਾ, ਹੇ ਜੋਗੀ ਰਾਜ, ਜਿਸ ਤਰ੍ਹਾਂ ਇੱਕ ਬਾਜੀਗਰ ਬਾਜੀ ਪਾਉਂਦਾ ਹੈ ਤਾਂ ਅਨੇਕ ਪ੍ਰਕਾਰ ਦੇ ਭੇਖ ਕਰਕੇ ਲੋਕਾਂ ਨੂੰ ਵਿਖਾਉਂਦਾ ਹੈ, ਪਰ ਜਦ ਉਹ ਆਪਣੇ ਬਾਜੀ ਦੇ ਪਸਾਰੇ ਨੂੰ ਸਾਂਭ ਲੈਂਦਾ ਹੈ ਤਾਂ ਉਹ ਕੇਵਲ ਆਪ ਇਕੱਲਾ ਹੀ ਰਹਿ ਜਾਂਦਾ ਹੈ। ਇਸ ਤਰ੍ਹਾਂ ਹੀ ਪਰਮਾਤਮਾ ਦਾ ਆਪਣਾ ਇੱਕ ਰੂਪ ਹੈ। ਇਸ ਤੋਂ ਆਪਣੀ ਇੱਛਾ ਅਨੁਸਾਰ ਉਹ ਅਨੇਕਾਂ ਜੜ ਜੰਗਮ ਦੇ ਰੂਪ ਧਾਰਨ ਕਰਕੇ ਉਹਨਾਂ ਵਿੱਚ ਪ੍ਰਵੇਸ਼ਿਆ ਹੋਇਆ ਹੈ ਅਤੇ ਜਦ ਚਾਹੁੰਦਾ ਹੈ ਬਾਜੀਗਰ ਦੇ ਤਮਾਸ਼ਾ ਸਮੇਟਣ ਵਾਂਗੂ ਇਹਨਾਂ ਜੀਵਾਂ ਨੂੰ ਨਾਸ਼ ਕਰਕੇ ਆਪ ਇਕੱਲਾ ਹੀ ਰਹਿ ਜਾਂਦਾ ਹੈ। ਜਿਹੜੇ ਰੂਪ ਧਾਰ ਕੇ ਉਸਨੇ ਲੋਕਾਂ ਨੂੰ ਵਿਖਾਏ ਸਨ, ਉਹ ਕਿੱਧਰ ਗਏ ਤੇ ਕਿੱਥੋਂ ਆਏ ਸਨ, ਇਸ ਦਾ ਕੋਈ ਪਤਾ ਨਹੀਂ ਲੱਗਦਾ। ਫਿਰ ਹੋਰ ਵੇਖੋ, ਜਿਸ ਤਰ੍ਹਾਂ ਪਾਣੀ ਵਿੱਚੋਂ ਬਹੁਤ ਲਹਿਰਾਂ ਉੱਠਦੀਆਂ ਹਨ
ਅਤੇ ਸੋਨੇ ਦੇ ਅਨੇਕ ਪ੍ਰਕਾਰ ਦੇ ਗਹਿਣੇ ਘੜੇ ਜਾਂਦੇ ਹਨ। ਧਰਤੀ ਵਿੱਚ ਜਦ ਬੀਜ ਬੀਜਿਆ ਜਾਂਦਾ ਹੈ ਤਾਂ ਉਹ ਫੁੱਲ ਫਲ ਦੇ ਬਹੁਤ ਰੂਪ ਧਾਰਨ ਕਰ ਲੈਂਦਾ ਹੈ, ਪਰ ਅੰਤ ਨੂੰ ਇੱਕ ਬੀਜ ਰੂਪ ਹੀ ਰਹਿ ਜਾਂਦਾ ਹੈ। ਪਾਣੀ ਦੀਆਂ ਲਹਿਰਾਂ ਤੇ ਪਾਣੀ ਇੱਕ ਰੂਪੀ ਹੀ ਹੁੰਦੇ ਹਨ। ਸੋਨੇ ਦੇ ਅਨੇਕ ਪ੍ਰਕਾਰ ਦੇ ਗਹਿਣੇ ਜਦ ਫੇਰ ਭੰਨੇ ਤੋੜੇ ਜਾਂਦੇ ਹਨ ਤਾਂ ਇੱਕ ਸੋਨਾ ਹੀ ਹੁੰਦੇ ਹਨ। ਹਜ਼ਾਰਾਂ ਘੜਿਆਂ ਵਿੱਚ ਆਕਾਸ਼ ਦਿਸਦਾ ਹੈ, ਪਰ ਜਦ ਘੜੇ ਟੁੱਟ ਜਾਂਦੇ ਹਨ ਤਾਂ ਇੱਕ ਆਕਾਸ਼ ਹੀ ਹੁੰਦਾ ਹੈ। ਇਸ ਤਰ੍ਹਾਂ ਹੀ ਗਿਆਨਵਾਨ ਨੂੰ ਸਭ ਬ੍ਰਹਮ ਹੀ ਦਿਸਦਾ ਹੈ। ਉਸਨੂੰ ਇਹ ਵੱਖ ਰੂਪ ਨਹੀਂ ਦਿਸਦੇ, ਇੱਕ ਹੀ ਦਿਸਦਾ ਹੈ। ਇਸ ਸੰਸਾਰ ਬ੍ਰਹਮ ਸਰੂਪ ਤੋਂ ਅਨੇਕਾਂ ਆਤਮਾ ਹੋਏ ਜਦ ਕਈ ਪ੍ਰਕਾਰ ਕਰਕੇ ਨਸ਼ਟ ਹੁੰਦੇ ਹਨ ਤਾਂ ਇੱਕ ਬ੍ਰਹਮ ਤੋਂ ਬਿਨਾਂ ਹੋਰ ਕੁਛ ਨਹੀਂ ਹੁੰਦਾ। ਅਗਿਆਨੀ ਵਿਸ਼ਿਆਂ ਵਿੱਚ ਆਨੰਦ ਮਾਣਨ ਦੇ ਭਰਮ ਵਿੱਚ ਰਹਿੰਦਾ ਹੈ, ਪਰੰਤੂ ਗਿਆਨੀ ਨਿਜ ਆਨੰਦ ਵਿੱਚ ਮਗਨ ਰਹਿੰਦਾ ਹੈ। ਅਗਿਆਨੀ ਭੁੱਲ ਕੇ ਦੇਹ ਦੀ ਹੰਗਤਾ ਨੂੰ ਧਾਰਨ ਕਰ ਲੈਂਦਾ ਹੈ, ਫਿਰ ਪਦਾਰਥਾਂ ਵਿੱਚ ਹਉਮੈ ਧਾਰਨ ਕਰਦਾ ਹੈ। ਇਹ ਸਾਰੇ ਮਾਇਆ ਦੇ ਵਿਕਾਰ ਹਨ, ਜਿਹੜੇ ਅਨੇਕ ਤਰ੍ਹਾਂ ਨਾਲ ਕਰਕੇ ਭਾਸਦੇ ਹਨ। ਇਹ ਦਇਆ ਦਾ ਰੂਪ ਕਹਾਉਂਦਾ ਹੈ, ਜਿਸ ਵਿੱਚ ਬ੍ਰਹਮ ਜਾਣਿਆ ਨਹੀਂ ਜਾਂਦਾ। ਸਤਿਗੁਰੂ ਜੀ ਪਾਸੋਂ ਇਹ ਉਪਦੇਸ਼ ਨਿਰਣਾ ਸੁਣ ਕੇ ਜੋਗੀ ਨੇ ਆਪਣੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਕਿਹਾ ਕਿ ਆਪ ਜੀ ਦੇ ਬਚਨਾਂ ਨਾਲ ਮੇਰਾ ਸੰਸਾ ਮਿਟ ਗਿਆ ਹੈ। ਹੁਣ ਮੈਨੂੰ ਆਗਿਆ ਦਿਓ, ਮੈਂ ਸਰੀਰ ਤਿਆਗਣਾ ਚਾਹੁੰਦਾ ਹਾਂ। ਇਹ ਬਚਨ ਕਰਕੇ ਜੋਗੀ ਬ੍ਰਹਮ ਵਿੱਚ ਲੀਨ ਹੋ ਕੇ ਬੈਠ ਗਿਆ ਅਤੇ ਆਪਣੇ ਬ੍ਰਹਮ ਰੰਧਰ ਨੂੰ ਫੋੜ ਕੇ ਜੀਵਾਤਮਾ ਨੂੰ ਕੱਢ ਕੇ ਲੈ ਗਿਆ। ਇਸ ਕੌਤਕ ਉਪਰੰਤ ਸਰੋਵਰ ਦੀ ਕਾਰ ਬੜੇ ਉਤਸ਼ਾਹ ਨਾਲ ਹੋਣ ਲੱਗੀ। ਜਿਸ ਟਾਹਲੀ ਹੇਠਾਂ ਬੈਠ ਕੇ ਸਤਿਗੁਰੂ ਜੀ ਸਰੋਵਰ ਦੀ ਕਾਰ ਕਰਾਉਂਦੇ ਸਨ, ਉਹ ਪੂਜਣਯੋਗ ਸਮਝ ਕੇ ਸੰਗਤਾਂ ਨੇ ਉੱਥੇ ਗੁਰਦੁਆਰਾ ਟਾਹਲੀ ਸਾਹਿਬ ਕਾਇਮ ਕਰ ਦਿੱਤਾ, ਜੋ ਅੱਜ ਤੱਕ ਕਾਇਮ ਹੈ। ਹੁਣ ਇੱਥੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਮੰਝ ਗੋਤ ਦਾ ਰਾਜਪੂਤ, ਜਿਸ ਦਾ ਅਸਲ ਨਾਮ ਤੀਰਥਾ ਸੀ, ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲਾ ਸੀ। ਇਹ ਸਖੀ ਸਰਵਰ ਨਗਾਹੇ ਦੇ ਪੀਰ ਸੁਲਤਾਨ ਦਾ ਉਪਾਸਕ ਸੀ। ਪੰਜਾਬ ਵਿੱਚ ਸਖੀ ਸਰਵਰ ਦੀ ਇੱਕ ਸਾਖ ਧੌਕਲ, ਜ਼ਿਲ੍ਹਾ ਸ਼ੇਖੂਪੁਰਾ ਵਿੱਚ ਸੀ। ਹਿੰਦੂ ਮੁਸਲਮਾਨ ਬਹੁਤ ਗਿਣਤੀ ਵਿੱਚ ਇਸ ਦੇ ਮੁਰੀਦ ਸਨ। ਭਾਈ ਮੰਝ ਵੀ ਆਪਣੇ ਘਰ ਪੀਰਖਾਨਾ ਬਣਾ ਕੇ ਇਸ ਨੂੰ ਮੰਨਦਾ ਪੂਜਦਾ ਹੁੰਦਾ ਸੀ। ਭਾਈ ਮੰਝ ਨੂੰ ਕੁਛ ਸਮੇਂ ਵਾਸਤੇ ਆਪਣੇ ਆਂਢ ਗੁਆਂਢ ਸਿੱਖਾਂ ਪਾਸੋਂ ਸਤਿਗੁਰੂ ਜੀ ਦੀ ਮਹਿਮਾ ਸੁਣਨ ਦਾ ਸਮਾਂ ਮਿਲਿਆ, ਜਿਸ ਕਰਕੇ ਉਸਨੂੰ ਗੁਰੂ ਜੀ ਦੇ ਦਰਸ਼ਨ ਕਰਨ ਦੀ ਪ੍ਰਬਲ ਇੱਛਾ ਹੋ ਗਈ। ਅੰਮ੍ਰਿਤਸਰ ਆਣ ਕੇ ਉਸਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਬੇਨਤੀ ਕੀਤੀ, ਮਹਾਰਾਜ, ਮੈਨੂੰ ਆਪਣੀ ਸਿੱਖੀ ਬਖਸ਼ ਕੇ ਆਪਣਾ ਸਿੱਖ ਬਣਾ ਲਵੋ। ਸਤਿਗੁਰੂ ਜੀ ਨੇ ਕਿਹਾ, ਇੱਕ ਮੁਸਲਮਾਨ ਪੀਰ ਦਾ ਚੇਲਾ ਹੋ ਕੇ ਸਿੱਖੀ ਧਾਰਨ ਕਰਨੀ ਚਾਹੁੰਦਾ ਹੈ, ਪਰ ਸਿੱਖੀ ਕਮਾਉਣੀ ਬਹੁਤ ਕਠਿਨ ਹੈ। ਸਿੱਖੀ ਧਾਰਨ ਕਰਨ ਵਾਸਤੇ ਤੈਨੂੰ ਪੀਰ ਨੂੰ ਛੱਡਣਾ ਪਵੇਗਾ। ਇਸ ਨਾਲ ਤੇਰਾ ਅਪਜਸ ਹੋਵੇਗਾ ਅਤੇ ਤੇਰੀ ਕੰਗਾਲਾਂ ਵਾਲੀ ਦਸ਼ਾ ਹੋ ਜਾਵੇਗੀ। ਲੋਕ ਤੈਨੂੰ ਪਾਸ ਨਹੀਂ ਬੈਠਣ ਦੇਣਗੇ। ਜੇਕਰ ਇਹ ਸਭ ਕੁਝ ਤੂੰ ਸਹਾਰ ਸਕਦਾ ਹੈ ਤਾਂ ਬੇਸ਼ੱਕ ਸਿੱਖੀ ਧਾਰਨ ਕਰ ਲੈ। ਗੁਰੂ ਜੀ ਦੇ ਬਚਨ ਸੁਣ ਕੇ ਭਾਈ ਮੰਝ ਨੇ ਕਿਹਾ, ਮਹਾਰਾਜ, ਆਪ ਜੀ ਦੇ ਦਰਸ਼ਨ ਕਰਕੇ ਮੈਨੂੰ ਪੀਰ ਵੱਲੋਂ ਨਫ਼ਰਤ ਹੋ ਗਈ ਹੈ। ਇੱਕ ਮੁਸਲਮਾਨ ਅੱਗੇ ਸਿਰ ਨਿਵਾਉਂਦਾ ਤੇ ਮੱਥਾ ਟੇਕਦਾ ਰਿਹਾ ਹਾਂ। ਇਸ ਗੱਲ ਤੋਂ ਹੁਣ ਮੈਨੂੰ ਸ਼ਰਮ ਆਉਂਦੀ ਹੈ। ਮੰਝ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਕਿਹਾ, ਪਹਿਲਾਂ ਆਪਣੇ ਘਰ ਵਿੱਚੋਂ ਸਰਵਰ ਦਾ ਪੀਰਖਾਨਾ ਢਾਹ ਕੇ ਫਿਰ ਸਾਡੇ ਪਾਸ ਆਉਣਾ। ਜਦ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮੰਝ ਘਰ ਜਾ ਕੇ ਪੀਰਖਾਨਾ ਢਾਹ ਕੇ ਮੁੜ ਗੁਰੂ ਜੀ ਪਾਸ ਆਇਆ ਤਾਂ ਗੁਰੂ ਜੀ ਨੇ ਉਸਨੂੰ ਕਿਹਾ ਕਿ ਸਿੱਖ ਸੰਗਤਾਂ ਦੀ ਸੇਵਾ ਕਰੋ ਅਤੇ ਸਤਿਨਾਮ ਦਾ ਸਿਮਰਨ ਕਰੋ। ਇਸ ਨਾਲ ਅੰਤ ਸਮੇਂ ਮੁਕਤ ਹੋ ਕੇ ਆਨੰਦ ਸਰੂਪ ਪਰਮਾਤਮਾ ਵਿੱਚ ਲੀਨ ਹੋ ਜਾਓਗੇ। ਗੁਰੂ ਜੀ ਤੋਂ ਉਪਦੇਸ਼ ਲੈ ਕੇ ਭਾਈ ਮੰਝ ਬੜੇ ਪ੍ਰੇਮ ਨਾਲ ਸਤਿਨਾਮ ਦਾ ਸਿਮਰਨ ਤੇ ਸੰਗਤ ਦੀ ਸੇਵਾ ਕਰਨ ਲੱਗਾ। ਭਾਈ ਮੰਝ ਗੁਰੂ ਘਰ ਦੇ ਨਿੱਤ ਦਰਸ਼ਨ ਪਰਸਦਾ ਰਿਹਾ ਅਤੇ ਫਿਰ ਆਪਣੇ ਘਰ ਚਲਿਆ ਗਿਆ। ਥੋੜ੍ਹੇ ਸਮੇਂ ਵਿੱਚ ਹੀ ਗੁਰੂ ਜੀ ਦਾ ਵਾਕ ਸੱਤ ਹੋਣ ਲੱਗਾ। ਭਾਈ ਮੰਝ ਦਾ ਘਰ ਦਾ ਸਮਾਨ, ਧਨ ਪਦਾਰਥ ਅਤੇ ਪਸ਼ੂ ਸਭ ਨਾਸ਼ ਹੋ ਗਏ ਅਤੇ ਸ਼ਰੀਕ ਉਪਹਾਸ ਕਰਨ ਲੱਗੇ। ਲੋਕ ਕਹਿਣ ਲੱਗ ਪਏ ਕਿ ਇਸਨੂੰ ਪੀਰ ਦੀ ਮਾਰ ਵਗ ਗਈ ਹੈ।
ਉਹਦੇ ਗੁੱਸੇ ਨਾਲ ਹੀ ਇਹਦੀ ਇਹ ਬਰਬਾਦੀ ਹੋਈ ਹੈ। ਲੋਕਾਂ ਨੇ ਕਿਹਾ, ਮੰਝ ਤੂੰ ਗੁਰਸਿੱਖੀ ਛੱਡ ਕੇ ਪੀਰ ਪਾਸੋਂ ਆਪਣੀ ਭੁੱਲ ਬਖਸ਼ਾ ਲੈ। ਪਰ ਮੰਝ ਨੇ ਕਿਹਾ, ਮੈਂ ਗੁਰੂ ਕਾ ਸਿੱਖ ਹੋ ਗਿਆ ਹਾਂ, ਇਹ ਝੂਠੇ ਪਦਾਰਥ ਮੇਰੇ ਕਿਸੇ ਕੰਮ ਨਹੀਂ ਹਨ। ਮੈਂ ਮੁਕਤੀ ਪ੍ਰਾਪਤ ਕਰਕੇ ਆਨੰਦ ਰੂਪ ਹੋ ਕੇ ਸੁੱਖ ਪਾਵਾਂਗਾ। ਮੰਝ ਦੀਆਂ ਪੀਰ ਵਿਰੁੱਧ ਅਜਿਹੀਆਂ ਗੱਲਾਂ ਸੁਣ ਕੇ ਪਿੰਡ ਦੇ ਪੈਂਚਾਂ ਨੇ, ਜਿਹੜੇ ਪੀਰ ਦੇ ਹੀ ਮੁਰੀਦ ਸਨ, ਜਦ ਮੰਝ ਨੂੰ ਪਿੰਡ ਤੋਂ ਨਿਕਲ ਜਾਣ ਵਾਸਤੇ ਕਿਹਾ, ਤਾਂ ਉਹ ਆਪਣੀ ਇਸਤਰੀ ਨੂੰ ਲੈ ਕੇ ਕਿਸੇ ਦੂਸਰੇ ਪਿੰਡ ਜਾ ਵਸਿਆ। ਮੰਝ ਰਾਤ ਦਿਨ ਗੁਰੂ ਪ੍ਰੇਮ ਵਿੱਚ ਰੰਗਿਆ ਰਹਿੰਦਾ ਅਤੇ ਘਾਹ ਖੋਦ ਕੇ ਉਸ ਨੂੰ ਵੇਚ ਕੇ ਜਿਹੜੇ ਪੈਸੇ ਲੈਂਦਾ, ਉਹਨਾਂ ਦਾ ਚੌਥਾ ਹਿੱਸਾ ਗੁਰੂ ਨਮਿੱਤ ਦੇ ਕੇ ਬਾਕੀ 3 ਹਿੱਸਿਆਂ ਨਾਲ ਆਪਣਾ ਤੇ ਪਰਿਵਾਰ ਦਾ ਨਿਰਵਾਹ ਕਰਦਾ। ਜਦ ਇਸ ਤਰ੍ਹਾਂ ਹੀ ਕੁਛ ਸਮਾਂ ਬੀਤ ਗਿਆ ਤਾਂ ਇੱਕ ਦਿਨ ਕਿਰਪਾਲੂ ਗੁਰੂ ਜੀ ਨੇ ਮੰਝ ਨੂੰ ਇੱਕ ਹੁਕਮਨਾਮਾ ਭੇਜਿਆ ਅਤੇ ਮੇਵੜੇ ਨੂੰ ਕਿਹਾ, ਮੰਝ ਤੋਂ 21 ਰੁਪਏ ਦਰਸ਼ਨ ਭੇਟਾ ਲੈ ਕੇ ਫਿਰ ਉਸਨੂੰ ਇਹ ਹੁਕਮਨਾਮਾ ਦੇਣਾ। ਮੇਵੜੇ ਨੇ ਜਾ ਕੇ ਜਦੋਂ ਮੰਝ ਨੂੰ ਦੱਸਿਆ ਕਿ ਮੈਂ ਗੁਰੂ ਜੀ ਪਾਸੋਂ ਤੇਰੇ ਵਾਸਤੇ ਇੱਕ ਹੁਕਮਨਾਮਾ ਲੈ ਕੇ ਆਇਆ ਹਾਂ, ਪਰ ਗੁਰੂ ਜੀ ਦਾ ਹੁਕਮ ਹੈ ਕਿ ਪਹਿਲਾਂ 21 ਰੁਪਏ ਲੈ ਕੇ ਫਿਰ ਹੁਕਮਨਾਮਾ ਦੇਣਾ। ਇਹ ਹੁਕਮ ਸੁਣ ਕੇ ਮੰਝ ਨੇ ਆਪਣੀ ਇਸਤਰੀ ਨੂੰ ਆਖਿਆ ਕਿ ਗੁਰੂ ਜੀ ਦਾ ਇੱਕ ਹੁਕਮਨਾਮਾ ਲੈ ਕੇ ਮੇਵੜਾ ਆਇਆ ਹੈ, ਪਰ ਹੁਕਮਨਾਮਾ ਦੇਣ ਤੋਂ ਪਹਿਲਾਂ ਉਹ 21 ਰੁਪਏ ਉਸਦੀ ਦਰਸ਼ਨ ਭੇਟਾ ਮੰਗਦਾ ਹੈ। 21 ਰੁਪਏ ਸਾਡੇ ਪਾਸ ਨਹੀਂ ਹਨ, ਕਿੱਥੋਂ ਦੇਵਾਂਗੇ? ਇਸਤਰੀ ਨੇ ਕਿਹਾ, ਸਾਡੀ ਕੁਆਰੀ ਲੜਕੀ ਦਾ ਰਿਸ਼ਤਾ ਇੱਕ ਸ਼ਾਹੂਕਾਰ ਮੰਗਦਾ ਹੈ। ਮੈਂ ਉਸਨੂੰ ਲੜਕੀ ਦਾ ਰਿਸ਼ਤਾ ਕਰਕੇ 21 ਰੁਪਏ ਲੈ ਆਂਦੀ ਹਾਂ। ਤੁਸੀਂ ਉਹ ਗੁਰੂ ਕੇ ਸਿੱਖ ਨੂੰ ਦੇ ਕੇ ਗੁਰੂ ਜੀ ਦਾ ਹੁਕਮਨਾਮਾ ਲੈ ਲੈਣਾ ਅਤੇ ਗੁਰੂ ਕੀ ਸਿੱਖੀ ਰੱਖ ਲੈਣੀ। ਇਹ ਸਲਾਹ ਕਰਕੇ ਮੰਝ ਦੀ ਇਸਤਰੀ ਨੇ ਧਨੀ ਪੁਰਸ਼ ਦੇ ਘਰ ਜਾ ਕੇ ਆਪਣੀ ਲੜਕੀ ਦਾ ਰਿਸ਼ਤਾ ਦੇਣਾ ਪ੍ਰਵਾਨ ਕਰ ਲਿਆ ਅਤੇ ਉਸ ਪਾਸੋਂ ਜਿੰਨੇ ਰੁਪਇਆਂ ਦੀ ਲੋੜ ਸੀ ਲੈ ਕੇ ਮੇਵੜੇ ਨੂੰ ਦੇ ਦਿੱਤੇ ਅਤੇ ਉਸ ਪਾਸੋਂ ਹੁਕਮਨਾਮਾ ਲੈ ਕੇ ਬੜੇ ਪ੍ਰੇਮ ਸਿਰ 'ਤੇ ਰੱਖ ਲਿਆ ਅਤੇ ਇਸ ਤਰ੍ਹਾਂ ਪ੍ਰਸੰਨ ਹੋਇਆ ਜਿਸ ਤਰ੍ਹਾਂ ਕਿ ਉਸਨੂੰ ਗੁਰੂ ਸਾਹਿਬ ਦੇ ਹੀ ਦਰਸ਼ਨ ਹੋ ਗਏ ਹਨ। ਕੁਛ ਸਮੇਂ ਉਪਰੰਤ ਸਤਿਗੁਰੂ ਜੀ ਨੇ ਫਿਰ ਇੱਕ ਮੇਵੜਾ ਭੇਜਿਆ ਅਤੇ ਹੁਕਮ ਕੀਤਾ ਕਿ ਪਹਿਲਾਂ 21 ਰੁਪਏ ਮੰਝ ਤੋਂ ਲੈ ਕੇ ਫਿਰ ਉਸਨੂੰ ਸਾਡਾ ਹੁਕਮਨਾਮਾ ਦੇਣਾ। ਮੇਵੜੇ ਨੇ ਮੰਝ ਪਾਸ ਪਹੁੰਚ ਕੇ ਉਸਨੂੰ ਆਖਿਆ ਕਿ ਮੈਂ ਗੁਰੂ ਜੀ ਦਾ ਹੁਕਮਨਾਮਾ ਲੈ ਕੇ ਆਇਆ ਹਾਂ, ਪਰ ਪਹਿਲਾਂ 21 ਰੁਪਏ ਦਰਸ਼ਨ ਭੇਟਾ ਲੈ ਕੇ ਫਿਰ ਦੇਣ ਦਾ ਹੁਕਮ ਹੈ। ਜਦ ਮੰਝ ਨੇ ਆਪਣੀ ਇਸਤਰੀ ਨੂੰ ਇਹ ਗੱਲ ਦੱਸੀ ਤਾਂ ਉਸਨੇ ਕਿਹਾ ਕਿ ਸਾਡੇ ਧੰਨ ਭਾਗ ਹਨ, ਜਿਨ੍ਹਾਂ ਨੂੰ ਗੁਰੂ ਜੀ ਯਾਦ ਕਰ ਲੈਂਦੇ ਹਨ। ਹੁਣ ਤੁਸੀਂ ਮੈਨੂੰ ਕਿਸੇ ਲੋੜਵੰਦ ਪਾਸ ਗਹਿਣੇ ਰੱਖ ਕੇ ਲੋੜ ਅਨੁਸਾਰ ਪੈਸੇ ਲੈ ਲਵੋ ਤੇ ਮੇਵੜੇ ਨੂੰ 21 ਰੁਪਏ ਦੇ ਕੇ ਗੁਰੂ ਜੀ ਦਾ ਹੁਕਮਨਾਮਾ ਲੈ ਲਵੋ। ਭਾਈ ਮੰਝ ਨੇ ਇਸ ਤਰ੍ਹਾਂ ਆਪਣੀ ਇਸਤਰੀ ਦੇ ਗਹਿਣੇ ਰੱਖ ਕੇ ਮੇਵੜੇ ਨੂੰ ਰੁਪਏ ਦੇ ਕੇ ਗੁਰੂ ਜੀ ਦਾ ਹੁਕਮਨਾਮਾ ਲੈ ਲਿਆ। ਇਸ ਹੁਕਮਨਾਮੇ ਵਿੱਚ ਗੁਰੂ ਜੀ ਨੇ ਭਾਈ ਮੰਝ ਨੂੰ ਆਪਣੇ ਪਾਸ ਅੰਮ੍ਰਿਤਸਰ ਹਾਜ਼ਰ ਹੋਣ ਵਾਸਤੇ ਲਿਖਿਆ ਹੋਇਆ ਸੀ। ਜਦ ਭਾਈ ਮੰਝ ਨੇ ਇਹ ਪੜ੍ਹਿਆ ਤਾਂ ਉਹ ਆਪਣੀ ਇਸਤਰੀ ਨਾਲ ਸਲਾਹ ਕਰਕੇ ਆਪ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ। ਭਾਈ ਮੰਝ ਸਤਵਚਨ ਆਖ ਕੇ ਲੰਗਰ ਵਾਸਤੇ ਜੰਗਲ ਵਿੱਚੋਂ ਲੱਕੜਾਂ ਲਿਆਉਣ ਦੀ ਸੇਵਾ ਵਿੱਚ ਲੱਗ ਗਿਆ। ਜਦ ਕੁਛ ਦਿਨ ਲੰਘ ਗਏ ਤਾਂ ਗੁਰੂ ਜੀ ਨੂੰ ਇੱਕ ਸੇਵਾਦਾਰ ਲਾਂਗਰੀ ਨੇ ਪੁੱਛਿਆ, ਇੱਕ ਸਿੱਖ ਮੰਝ ਇੱਥੇ ਆਇਆ ਸੀ, ਉਹ ਕੀ ਕੰਮ ਕਰਦਾ ਹੈ? ਲਾਂਗਰੀ ਨੇ ਦੱਸਿਆ, ਮਹਾਰਾਜ, ਉਹ ਹਰ ਰੋਜ਼ ਹੀ ਲੱਕੜਾਂ ਦੀ ਇੱਕ ਪੰਡ ਲੰਗਰ ਵਾਸਤੇ ਲਿਆਉਂਦਾ ਹੈ ਅਤੇ ਲੰਗਰ ਵਿੱਚੋਂ ਰੋਟੀ ਖਾ ਕੇ ਆਨੰਦ ਰਹਿੰਦਾ ਹੈ। ਗੁਰੂ ਜੀ ਨੇ ਕਿਹਾ, ਲੱਕੜਾਂ ਦੇ ਮੁੱਲ ਵਜੋਂ ਲੰਗਰ ਵਿੱਚੋਂ ਰੋਟੀ ਖਾ ਲੈਂਦਾ ਹੈ, ਅਜੇ ਉਹ ਸੇਵਾ ਵਿੱਚ ਊਣਾ ਹੈ। ਇਸ ਤਰ੍ਹਾਂ ਉਸਦੇ ਮਨ ਦੀ ਮੈਲ ਛੇਤੀ ਦੂਰ ਨਹੀਂ ਹੋਵੇਗੀ। ਸਤਿਗੁਰੂ ਜੀ ਦਾ ਇਹ ਹੁਕਮ ਸੁਣ ਕੇ ਭਾਈ ਮੰਝ ਨੇ ਲੰਗਰ ਵਿੱਚੋਂ ਰੋਟੀ ਖਾਣੀ ਬੰਦ ਕਰ ਦਿੱਤੀ ਅਤੇ ਲੱਕੜਾਂ ਦੀ ਪੰਡ ਨੇਮ ਨਾਲ ਲਿਆਉਂਦਾ ਰਿਹਾ। ਜਦ ਇਸ ਤਰ੍ਹਾਂ ਉਸਦਾ ਸਰੀਰ ਬਹੁਤ ਨਿਰਬਲ ਹੋ ਗਿਆ ਤਾਂ ਇੱਕ ਦਿਨ ਗੁਰੂ ਜੀ ਨੇ ਉਸਨੂੰ ਸੱਦ ਕੇ ਆਖਿਆ, ਇਹ ਸਭ ਦੁੱਖ ਤਕਲੀਫਾਂ ਤੇ ਤੇਰੇ ਘਰ ਦੀ ਬਰਬਾਦੀ ਇਸ ਕਰਕੇ ਹੋਈ ਹੈ ਕਿ ਤੂੰ ਸਰਵਰ ਦੀ ਮੰਨਤ ਛੱਡ ਦਿੱਤੀ ਹੈ। ਜਾ ਘਰ ਜਾ ਕੇ ਉਹ ਆਪਣੇ ਪੀਰ ਦੀ ਮੰਨਤ ਮੰਨ, ਇੱਥੇ ਦੁੱਖ ਕਿਉਂ ਸਹਾਰ ਰਿਹਾ ਹੈ? ਗੁਰੂ ਜੀ ਦਾ ਇਹ ਬਚਨ ਸੁਣ ਕੇ ਮੰਝ ਨੇ ਹੱਥ ਜੋੜ ਕੇ ਆਖਿਆ, ਮਹਾਰਾਜ,
ਮੈਨੂੰ ਇੱਥੋਂ ਸਤਿਨਾਮ ਦਾ ਧਨ ਪ੍ਰਾਪਤ ਹੋਇਆ ਹੈ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਅਗਨੀ ਸਾੜ ਨਹੀਂ ਸਕਦੀ ਅਤੇ ਜਲ ਵਿੱਚ ਗਲ ਨਹੀਂ ਸਕਦਾ। ਇਹ ਧਨ ਅੰਤ ਸਮੇਂ ਸਹਾਈ ਹੁੰਦਾ ਹੈ। ਇਸ ਤਰ੍ਹਾਂ ਬੇਨਤੀ ਕਰਕੇ ਮੰਝ ਫੇਰ ਆਪਣੇ ਸੇਵਾ ਦੇ ਕੰਮ ਤੇ ਜਾ ਲੱਗਾ। ਇੱਕ ਦਿਨ ਭਾਈ ਮੰਝ ਲੱਕੜਾਂ ਦੀ ਪੰਡ ਲੈ ਕੇ ਜਦ ਜੰਗਲ ਵਿੱਚੋਂ ਰਾਮਦਾਸਪੁਰ ਨੂੰ ਤੁਰਿਆ ਤਾਂ ਬਹੁਤ ਕਾਲੀ ਬੋਲੀ ਅੰਧੇਰੀ ਆਈ, ਜਿਸ ਨਾਲ ਰਸਤਾ ਦਿਸਣੋਂ ਵੀ ਹਟ ਗਿਆ। ਭਾਈ ਮੰਝ ਇਸ ਔਖੀ ਦਸ਼ਾ ਵਿੱਚ ਵੀ ਲੱਕੜਾਂ ਦੀ ਪੰਡ ਚੁੱਕ ਕੇ ਹੌਲੀ-ਹੌਲੀ ਤੁਰਿਆ ਆ ਰਿਹਾ ਸੀ ਕਿ ਜ਼ੋਰਦਾਰ ਹਨੇਰੀ ਦੇ ਕਾਰਨ ਉਹ ਇੱਕ ਪੁਰਾਣੇ ਖੂਹ ਦੀ ਖੁੰਡੜ ਵਿੱਚ, ਜਿਸ ਵਿੱਚ ਮੀਂਹ ਦਾ ਥੋੜ੍ਹਾ ਜਿਹਾ ਪਾਣੀ ਸੀ, ਡਿੱਗ ਪਿਆ। ਮੰਝ ਨੇ ਝੱਟ ਹੀ ਆਪਣਾ ਆਪ ਸੰਭਾਲ ਕੇ ਪਾਣੀ ਵਿੱਚ ਖੜ੍ਹਾ ਹੋ ਕੇ ਲੱਕੜਾਂ ਦੀ ਪੰਡ ਸਿਰ ਉੱਤੇ ਰੱਖ ਲਈ ਤੇ ਇਸ ਹਾਲਤ ਵਿੱਚ ਹੀ ਗੁਰੂ-ਗੁਰੂ ਜਪਣ ਲੱਗਾ। ਏਧਰ ਅੰਤਰਜਾਮੀ ਗੁਰੂ ਜੀ ਨੂੰ ਜਦ ਭਾਈ ਮੰਝ ਦੀ ਪ੍ਰੇਮ ਖਿੱਚ ਦੀ ਧੁਨੀ ਅੱਪੜੀ ਤਾਂ ਆਪ ਜੀ ਤਤक्षण ਹੀ ਨੰਗੇ ਪੈਰੀਂ ਉੱਠ ਕੇ ਉੱਧਰ ਨੂੰ ਕਾਹਲੀ-ਕਾਹਲੀ ਤੁਰ ਪਏ ਅਤੇ ਸੇਵਕਾਂ ਨੂੰ ਕਿਹਾ ਕਿ ਰੱਸੇ ਲੈ ਕੇ ਛੇਤੀ ਸਾਡੇ ਪਿੱਛੇ ਜਾਓ। ਗੁਰੂ ਜੀ ਦੇ ਨਾਲ ਹੀ ਸੇਵਾਦਾਰ ਰੱਸੇ ਲੈ ਕੇ ਖੂਹ ਉੱਤੇ ਪਹੁੰਚ ਗਏ। ਜਦ ਸੇਵਕਾਂ ਨੇ ਖੂਹ ਵਿੱਚ ਰੱਸਾ ਲਮਕਾ ਕੇ ਭਾਈ ਮੰਝ ਨੂੰ ਆਖਿਆ ਕਿ ਫੜ ਕੇ ਉੱਪਰ ਆ ਜਾਓ, ਤਾਂ ਮੰਝ ਨੇ ਕਿਹਾ ਕਿ ਪਹਿਲਾਂ ਗੁਰੂ ਕੇ ਲੰਗਰ ਦੀਆਂ ਲੱਕੜਾਂ ਕੱਢ ਲਵੋ, ਮੈਂ ਫੇਰ ਪਿੱਛੋਂ ਨਿਕਲਾਂਗਾ। ਤਦ ਪਹਿਲਾਂ ਲੱਕੜਾਂ ਬਾਹਰ ਕੱਢ ਕੇ ਪਿੱਛੋਂ ਭਾਈ ਮੰਝ ਆਪ ਬਾਹਰ ਆਇਆ ਤਾਂ ਗੁਰੂ ਜੀ ਨੂੰ ਵੇਖ ਕੇ ਆਪ ਜੀ ਦੇ ਚਰਨਾਂ ਤੇ ਢਹਿ ਪਿਆ ਅਤੇ ਅਨੇਕ ਪ੍ਰਕਾਰ ਦੀ ਉਸਤਤੀ ਕਰਨ ਲੱਗਾ। ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਮੰਝ, ਅਸੀਂ ਤੇਰੀ ਪ੍ਰੇਮ ਭਾਵਨਾ ਤੇ ਬਹੁਤ ਪ੍ਰਸੰਨ ਹਾਂ, ਤੇਰੀ ਸੇਵਾ ਸਫਲ ਹੈ, ਤੂੰ ਜੋ ਮੰਗਣਾ ਹੈ ਮੰਗ ਲੈ। ਮੰਝ ਨੇ ਕਿਹਾ, ਮਹਾਰਾਜ ਜੀ, ਮੈਨੂੰ ਸਿੱਖੀ ਦਾਨ ਬਖਸ਼ੋ, ਹੋਰ ਕਿਸੇ ਵਸਤੂ ਦੇ ਮੰਗਣ ਦੀ ਮੈਨੂੰ ਇੱਛਾ ਨਹੀਂ ਰਹੀ। ਇਸ ਤਰ੍ਹਾਂ ਬੇਨਤੀ ਕਰਕੇ ਜਦ ਭਾਈ ਮੰਝ ਨੇ ਫੇਰ ਗੁਰੂ ਜੀ ਦੇ ਚਰਨਾਂ ਤੇ ਸੀਸ ਰੱਖਿਆ ਤਾਂ ਗੁਰੂ ਜੀ ਨੇ ਬੜੇ ਪਿਆਰ ਨਾਲ ਉਸਨੂੰ ਚਰਨਾਂ ਤੋਂ ਉਠਾ ਕੇ ਆਪਣੇ ਗਲ ਨਾਲ ਲਾ ਲਿਆ। ਆਪ ਜੀ ਦੇ ਪਵਿੱਤਰ ਸਰੀਰ ਨਾਲ ਲੱਗਣ ਕਰਕੇ ਭਾਈ ਮੰਝ ਨੂੰ ਤੁਰੰਤ ਹੀ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ। ਗੁਰੂ ਜੀ ਨੇ ਕਿਹਾ, ਭਾਈ ਮੰਝ, ਹੁਣ ਆਪਣੇ ਘਰ ਜਾ ਕੇ ਗੁਰੂ ਨਮਿੱਤ ਲੰਗਰ ਚਲਾਓ, ਸਭ ਰਿੱਧ ਸਿੱਧ ਤੇ ਨਿਧੀਆਂ ਤੈਨੂੰ ਪ੍ਰਾਪਤ ਹੋਣਗੀਆਂ। ਇਸ ਤਰ੍ਹਾਂ ਗੁਰੂ ਜੀ ਤੋਂ ਬਖਸ਼ਿਸ਼ ਪ੍ਰਾਪਤ ਕਰਕੇ ਭਾਈ ਮੰਝ ਆਪਣੀ ਇਸਤਰੀ ਪੁੱਤਰਾਂ ਵਿੱਚ ਚਲਿਆ ਗਿਆ ਅਤੇ ਅੰਤ ਨੂੰ ਊਧਮ ਪਦ ਮੋਕਸ਼ ਨੂੰ ਪ੍ਰਾਪਤ ਹੋਇਆ।